हाँ जी प्यारे विद्यार्थियों, प्यार भरी सत श्री अकाल। अज असी 8वीं जमात का व्याकरण भाग का पाठ नंबर 1 बोली जानी कि भाषा अते व्याकरण करन जा रहे हाँ। इस पाठ दे विच असी जाणांगे बेटा कि बोली की हुंदी है, भाषा की लोड़ सानू क्यों पैंदी है अते व्याकरण की भाषा दे विच की महत्ता है। इन्हां चीज़ों बारे आपां जाणांगे। सब तो पहलां गल करते हैं बेटा बोली की। बोली एक ऐसा साधन है बेटा जिस द्वारा मनुख अपने मन के विचार जानी कि मन के भाव है दूजिਆਂ ਦੇ ਨਾਲ ਸਾਂਝੇ ਕਰਦਾ ਹੈਗਾ। ਸਾਡੇ ਮਨ ਦੇ ਵਿੱਚ ਕੋਈ ਵੀ ਗੱਲ ਹੋਵੇ ਅਸੀਂ ਆਪਣੇ ਮਨ ਦੇ ਵਿੱਚ ਜਿਹੜੀ ਉਹ ਗੱਲ ਆਉਂਦੀ ਹੈ ਉਹ ਸਾਹਮਣੇ ਵਾਲੇ ਨੂੰ ਬੋਲ ਕੇ ਦੱਸਦੇ ਹਾਂ ਜਾਂ ਲਿਖ ਕੇ ਦੱਸਦੇ ਹਾਂ। ਤਾਂ ਜਿਸ ਵੀ ਤਰੀਕੇ ਨਾਲ ਅਸੀਂ ਆਪਣੇ ਵਿਚਾਰ ਦੂਜੇ ਦੇ ਸਾਹਮਣੇ ਪੇਸ਼ ਕਰਦੇ ਹਾਂ ਉਹਨੂੰ ਕੀ ਕਿਹਾ ਜਾਂਦਾ ਹੈ? ਬੋਲੀ ਕਿਹਾ ਜਾਂਦਾ ਹੈ। ਤਾਂ ਸਮਝ ਆ ਗਿਆ ਹੋਵੇਗਾ ਕਿ ਬੋਲੀ ਦੀ ਕੀ ਪਰਿਭਾਸ਼ਾ ਹੈ। ਭਾਸ਼ਾ ਜਾਂ ਬੋਲੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰਾਂ ਜਾਂ ਮਨੋਭਾਵਾਂ ਨੂੰ ਦੂਸਰੇ ਮਨੁੱਖਾਂ ਨਾਲ ਸਾਂਝਾ ਕਰਦਾ ਹੈ। ਹੁਣ ਮਨੁੱਖ ਆਪਣੇ ਵਿਚਾਰ ਬੇਟਾ ਕਿੰਨੇ ਤਰੀਕੇ ਨਾਲ ਦੂਜਿਆਂ ਨਾਲ ਸਾਂਝੇ ਕਰਦਾ ਹੈ। ਸਭ ਤੋਂ ਪਹਿਲਾਂ ਬੋਲ ਕੇ, ਅਸੀਂ ਬੋਲ ਕੇ ਕਿਸੇ ਨੂੰ ਆਪਣੀ ਗੱਲ ਦੱਸਦੇ ਹਾਂ ਅਤੇ ਉਹਦੀ ਗੱਲ ਸੁਣਦੇ ਹਾਂ। ਦੂਜੀ ਗੱਲ ਕਿ ਅਸੀਂ ਲਿਖ ਕੇ ਆਪਣੀ ਗੱਲ ਕਿਸੇ ਨੂੰ ਦੱਸ ਸਕਦੇ ਹਾਂ ਅਤੇ ਉਹਦੀ ਲਿਖੀ ਗੱਲ ਅਸੀਂ ਪੜ੍ਹ ਸਕਦੇ ਹਾਂ। ਇੱਕ ਕੀ ਹੁੰਦਾ ਹੈ ਕਿ ਕਈ ਵਾਰ ਕਈ ਗੱਲਾਂ ਅਸੀਂ ਇਸ਼ਾਰਿਆਂ ਦੇ ਨਾਲ ਦੂਜੇ ਨੂੰ ਸਮਝਾ ਦਿੰਦੇ ਹਾਂ। ਤਾਂ ਇਹ ਸਾਰੇ ਭਾਸ਼ਾ ਦੇ ਰੂਪ ਨੇ। ਇਹਨਾਂ ਦੇ ਵਿੱਚੋਂ ਜਿਹੜੀ ਇਸ਼ਾਰੇ ਨਾਲ ਕਿਸੇ ਨੂੰ ਗੱਲ ਸਮਝਾਉਣੀ ਹੈ ਤਾਂ ਉਹ ਜਿਹੜੀ ਭਾਸ਼ਾ ਹੈ ਉਹਦਾ ਰੂਪ ਹੈ ਜਿਹੜਾ ਪ੍ਰਮਾਣਿਤ ਨਹੀਂ ਹੈਗਾ, ਕਿਉਂਕਿ ਅਸੀਂ ਆਪਣੀ ਹਰ ਗੱਲ ਹੈ ਜਿਹੜੀ ਉਹ ਇਸ਼ਾਰਿਆਂ ਦੇ ਨਾਲ ਦੂਜੇ ਨੂੰ ਨਹੀਂ ਸਮਝਾ ਸਕਦੇ। ਕਈ ਗੱਲਾਂ ਤਾਂ ਹੁੰਦੀਆਂ ਜਿਵੇਂ ਟ੍ਰੈਫਿਕ ਦੇ ਕਈ ਨਿਯਮ ਟ੍ਰੈਫਿਕ ਨਿਯਮ ਹੁੰਦੇ ਹੈਗੇ ਆ, ਜਿਵੇਂ ਕਿ ਟ੍ਰੈਫਿਕ ਪੁਲਿਸ ਦਾ ਜਿਹੜਾ ਸਿਪਾਹੀ ਹੁੰਦਾ ਹੈ ਉਹ ਚੌਂਕ 'ਚ ਖੜ੍ਹ ਕੇ ਖੱਬੇ ਸੱਜੇ ਦਾ ਇਸ਼ਾਰਾ ਕਰਦਾ ਹੈ, ਰੁਕਣ ਦਾ ਇਸ਼ਾਰਾ ਕਰਦਾ, ਠੀਕ ਹੈ। ਜਾਂ ਅਸੀਂ ਕਈ ਵਾਰੀ ਆਪਣੇ ਸਾਥੀ ਨੂੰ ਕਿਸੇ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦੇ ਹਾਂ ਮੂੰਹ 'ਤੇ ਉਂਗਲ ਰੱਖ ਕੇ। ਤਾਂ ਇਸ ਤਰ੍ਹਾਂ ਨਾਲ ਕੁਝ ਗੱਲਾਂ ਤਾਂ ਅਸੀਂ ਇਸ਼ਾਰਿਆਂ ਨਾਲ ਸਮਝਾ ਸਕਦੇ ਹਾਂ, ਪਰ ਜੇ ਕਹੀਏ ਅਸੀਂ ਹਰ ਗੱਲ ਇਸ਼ਾਰਿਆਂ ਨਾਲ ਨਹੀਂ ਸਮਝਾਈ ਜਾ ਸਕਦੀ। ਇਸ ਕਰਕੇ ਜਿਹੜੀ ਸੰਕੇਤਕ ਭਾਸ਼ਾ ਹੈ ਜਾਂ ਇਸ਼ਾਰਿਆਂ ਵਾਲੀ ਜਿਹੜੀ ਭਾਸ਼ਾ ਹੈ ਉਹਨੂੰ ਸਾਡੇ ਵਿਆਕਰਨ ਦੇ ਵਿੱਚ ਮਾਨਤਾ ਪ੍ਰਾਪਤ ਨਹੀਂ ਹੈਗੀ। ਸਿਰਫ 2 ਹੀ ਰੂਪ ਬੋਲੀ ਦੇ ਸਾਡੇ ਵਿਆਕਰਨ ਅਨੁਸਾਰ ਪ੍ਰਮਾਣਿਤ ਨੇ। ਪਹਿਲਾ ਹੈ ਬੋਲਚਾਲ ਦੀ ਬੋਲੀ, ਜਿਹਦੇ ਵਿੱਚ ਅਸੀਂ ਬੋਲਚਾਲ ਦੀ ਬੋਲੀ ਜਿਵੇਂ ਕਿ ਇਹਦੇ ਨਾਮ ਤੋਂ ਹੀ ਸਪਸ਼ਟ ਹੈ ਕਿ ਜਦੋਂ ਅਸੀਂ ਸਾਹਮਣੇ ਵਾਲੇ ਨੂੰ ਆਪਣੀ ਗੱਲ ਬੋਲ ਕੇ ਦੱਸਦੇ ਹਾਂ ਅਤੇ ਉਹਦੀ ਗੱਲ ਸੁਣਦੇ ਹਾਂ ਤਾਂ ਉਹ ਕੀ ਹੁੰਦੀ ਹੈ? ਬੋਲਚਾਲ ਦੀ ਬੋਲੀ। ਇਹਦਾ ਉਦਾਹਰਨ ਕੀ ਹੋ ਸਕਦਾ ਹੈ? ਜਿਵੇਂ ਸਵੇਰ ਦੀ ਸਭਾ ਦੇ ਵਿੱਚ ਤੁਸੀਂ ਆਪਣੇ ਸਾਥੀਆਂ ਨੂੰ ਕੁਝ ਕਹੋ, ਤੁਹਾਡੇ ਅਧਿਆਪਕ ਤੁਹਾਨੂੰ ਬੋਲ ਕੇ ਜੋ ਸਮਝਾਉਂਦੇ ਹੈ ਤੁਸੀਂ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਬੋਲ ਕੇ ਦਿੰਦੇ ਹੋ। 2 ਵਿਅਕਤੀ ਆਪਸ ਦੇ ਵਿੱਚ ਗੱਲ ਕਰਦੇ ਹੈ ਤਾਂ ਉਹ ਕਿਹੜੀ ਭਾਸ਼ਾ ਦੀ ਵਰਤੋਂ ਕਰਦੇ ਆ ਜੀ? ਮੌਖਿਕ ਭਾਸ਼ਾ ਦੀ। ਅਗਲੀ ਕਿਸਮ ਹੈ ਜੀ ਲਿਖਤੀ ਭਾਸ਼ਾ। ਲਿਖਤੀ ਭਾਸ਼ਾ ਕੀ ਹੁੰਦੀ ਹੈ? ਲਿਖਤੀ ਭਾਸ਼ਾ ਦੇ ਵਿੱਚ ਜਦੋਂ ਅਸੀਂ ਆਪਣੇ ਮਨ ਦੇ ਵਿਚਾਰ ਲਿਖ ਕੇ ਸਾਹਮਣੇ ਵਾਲੇ ਨੂੰ ਦੱਸਦੇ ਹਾਂ ਅਤੇ ਅਗਲੇ ਦੇ ਲਿਖੇ ਵਿਚਾਰਾਂ ਨੂੰ ਅਸੀਂ ਪੜ੍ਹਦੇ ਹਾਂ ਤਾਂ ਉਹ ਕੀ ਹੁੰਦੀ ਹੈ? ਲਿਖਤੀ ਭਾਸ਼ਾ। ਇਸ ਦੇ ਵਿੱਚ ਪੱਤਰ ਲਿਖਣਾ ਕਿਸੇ ਨੂੰ, SMS ਕਰਨਾ ਫੋਨ 'ਤੇ, ਉਹ ਲਿਖਤੀ ਭਾਸ਼ਾ ਦੇ ਵਿੱਚ ਆਏਗਾ। ਅਖਬਾਰ ਪੜ੍ਹਨਾ ਜਾਂ ਕੋਈ ਕਿਤਾਬ ਪੜ੍ਹਨਾ ਉਹ ਵੀ ਲਿਖਤੀ ਭਾਸ਼ਾ ਦੇ ਕਿਸੇ ਦੀ ਲਿਖੀ ਗੱਲ ਨੂੰ ਅਸੀਂ ਪੜ੍ਹ ਰਹੇ ਹਾਂ। ਇਸ ਤਰ੍ਹਾਂ ਜਦੋਂ ਅਸੀਂ ਲਿਖਤੀ ਰੂਪ ਵਿੱਚ ਭਾਸ਼ਾ ਆਪਣੇ ਵਿਚਾਰ ਦੂਜੇ ਨਾਲ ਸਾਂਝੇ ਕਰਦੇ ਹਾਂ ਤਾਂ ਉਹ ਭਾਸ਼ਾ ਦਾ ਕਿਹੜਾ ਰੂਪ ਮੰਨਿਆ ਜਾਂਦਾ ਹੈ? ਲਿਖਤੀ ਰੂਪ। ਤਾਂ ਉਸ ਤੋਂ ਬਾਅਦ ਗੱਲ ਹੈ ਜੀ ਭਾਸ਼ਾ ਕੀ ਹੈ? ਆਪਣੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਵਿਅਕਤੀ ਹੈ ਜਿਹੜੇ ਆਪਣੀਆਂ ਗੱਲਾਂ ਬੋਲੀ ਰਾਹੀਂ ਇੱਕ ਦੂਜੇ ਨੂੰ ਸਮਝਾਉਂਦੇ ਹੈ। ਤਾਂ ਭਾਸ਼ਾ ਅਤੇ ਬੋਲੀ ਇੱਕੋ ਹੀ ਸ਼ਬਦ ਹੈ ਬੇਟਾ। ਭਾਸ਼ਾ ਅਤੇ ਬੋਲੀ, ਬੋਲੀ ਵੀ ਕਹਿ ਦਿੰਦੇ ਹਾਂ ਅਸੀਂ, ਭਾਸ਼ਾ ਵੀ ਕਹਿ ਦਿੰਦੇ ਹਾਂ। ਤਾਂ ਭਾਸ਼ਾ ਕੀ ਹੈ? ਪੰਜਾਬ ਹੈ ਜਿਹੜਾ ਸਾਡੇ ਪੰਜਾਬ ਦੇ ਵਿੱਚ ਕਿਹੜੀ ਬੋਲੀ ਬੋਲੀ ਜਾਂਦੀ ਹੈ? ਪੰਜਾਬੀ। ਪੰਜਾਬ ਦੀ ਭਾਸ਼ਾ ਕੀ ਹੈ? ਰਾਜ ਭਾਸ਼ਾ ਕੀ ਹੈ? ਪੰਜਾਬੀ। ਪੰਜਾਬੀ ਨੂੰ ਮਾਨਤਾ ਪ੍ਰਾਪਤ ਹੈ ਇੱਥੇ। ਇਸ ਤੋਂ ਇਲਾਵਾ ਪੂਰੇ ਭਾਰਤ ਦੇ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ। ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਬੋਲੀਆਂ ਜਿਹੜੀਆਂ ਬੋਲੀਆਂ ਜਾਂਦੀਆਂ ਨੇ। ਤਾਂ ਹੁਣ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ, ਪਰ ਉਹ ਪੰਜਾਬੀ ਜਿਹੜੀ ਹੈ ਸਾਰੇ ਇਲਾਕਿਆਂ ਦੇ ਵਿੱਚ ਸਮਾਨ ਨਹੀਂ ਬੋਲੀ ਜਾਂਦੀ। ਪੰਜਾਬ ਨੂੰ ਵੀ ਵੱਖ-ਵੱਖ ਇਲਾਕਿਆਂ ਦੇ ਵਿੱਚ ਵੰਡ ਲਿਆ ਜਾਂਦਾ ਹੈ। ਤਾਂ ਇਲਾਕੇ ਦੇ ਹਿਸਾਬ ਨਾਲ ਪੰਜਾਬੀ ਬੋਲੀ ਵਿੱਚ ਜਿਹੜਾ ਥੋੜ੍ਹਾ ਬਹੁਤ ਅੰਤਰ ਆਉਂਦਾ ਉਹਨੂੰ ਕੀ ਕਹਿੰਦੇ ਆ? ਉਪਭਾਸ਼ਾ। ਜਿਹੜੀ ਇਲਾਕੇ ਅਨੁਸਾਰ ਬਦਲ ਜਾਂਦੀ ਹੈ ਅਤੇ ਉਹਨੂੰ ਕੀ ਕਹਿ ਦਿੰਦੇ ਆਪਾਂ ਉੱਥੋਂ ਦੀ ਉਪਭਾਸ਼ਾ। ਜਿਵੇਂ ਪੰਜਾਬ ਦੀ ਸਾਰੇ ਦੀ ਭਾਸ਼ਾ ਕੀ ਹੈ? ਪੰਜਾਬੀ, ਪਰ ਜਿਹੜੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖੋ ਵੱਖਰੀ ਤਰ੍ਹਾਂ ਦੀ ਪੰਜਾਬੀ ਬੋਲੀ ਜਾਂਦੀ ਹੈ ਥੋੜ੍ਹੇ ਫਰਕ ਦੇ ਨਾਲ, ਉਹ ਕੀ ਹੈ? ਉੱਥੋਂ ਦੀ ਉਪਭਾਸ਼ਾ। ਪੰਜਾਬੀ ਦੀਆਂ 4 ਉਪਭਾਸ਼ਾਵਾਂ ਨੇ ਜਿਹੜੀਆਂ ਬੇਟਾ 4 ਇਲਾਕਿਆਂ ਦੇ ਵਿੱਚ ਬੋਲੀਆਂ ਜਾਂਦੀਆਂ। ਪਹਿਲਾਂ ਜ਼ਿਆਦਾ ਉਪਭਾਸ਼ਾਵਾਂ ਸੀ, ਪਰ ਉਸ ਤੋਂ ਬਾਅਦ ਜਦੋਂ ਵੰਡ ਹੋਈ ਪੰਜਾਬ ਦੀ ਤਾਂ 47 ਦੀ ਵੰਡ ਤੋਂ ਬਾਅਦ ਪੰਜਾਬ ਦਾ ਬਹੁਤ ਸਾਰਾ ਇਲਾਕਾ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਚਲਾ ਗਿਆ। ਕੁਝ ਭਾਸ਼ਾਵਾਂ ਦੇ ਖੇਤਰ ਹੈ ਜਿਹੜੇ ਉੱਧਰ ਚਲੇ ਗਏ। ਇਸ ਕਰਕੇ ਹੁਣ ਦੇ ਪੰਜਾਬ ਦੇ ਵਿੱਚ ਸਿਰਫ 4 ਭਾਸ਼ਾਵਾਂ ਜਿਹੜੀਆਂ ਉਹ
ਉਪਭਾਸ਼ਾਵਾਂ ਜਿਹੜੀਆਂ ਬੋਲੀਆਂ ਜਾਂਦੀਆਂ। ਪਹਿਲੀ ਹੈ ਮਾਝੀ, ਜੋ ਕਿ ਮਾਝੇ ਦੇ ਇਲਾਕੇ ਦੇ ਵਿੱਚ ਬੋਲੀ ਜਾਂਦੀ ਹੈ। ਮਾਝੇ ਦੇ ਇਲਾਕੇ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਆਉਂਦੇ ਆ? ਜ਼ਿਲ੍ਹਾ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ, ਇਹ ਮਾਝੇ ਦੇ ਇਲਾਕੇ ਦੇ ਵਿੱਚ ਆ ਜਾਂਦੇ ਆ। ਅਤੇ ਇੱਥੋਂ ਦੇ ਲੋਕ ਹੈ ਜਿਹੜੇ ਮਾਝੀ ਬੋਲੀ ਬੋਲਦੇ ਹੈ। ਜਿਹੜੀ ਮਾਝੀ ਬੋਲੀ ਹੈ ਇਹ ਸਾਡੀ ਸ਼ੁੱਧ ਜਿਹੜੀ ਕਿਤਾਬੀ ਭਾਸ਼ਾ ਉਹਦੇ ਸਭ ਤੋਂ ਨੇੜੇ ਹੈ। ਸਭ ਤੋਂ ਨੇੜੇ ਦੀ ਭਾਸ਼ਾ ਜਿਹੜੀ ਹੈ ਮਾਝੀ ਉਪਬੋਲੀ ਸਮਝੀ ਜਾਂਦੀ ਹੈ। ਤਾਂ ਉਸ ਤੋਂ ਅੱਗੇ ਦੁਆਬੀ ਉਪਭਾਸ਼ਾ। ਦੁਆਬੀ ਉਪਭਾਸ਼ਾ ਬੇਟਾ ਬਿਆਸ ਅਤੇ ਸਤਲੁਜ ਦੇ ਜਿਹੜਾ ਵਿਚਕਾਰਲਾ ਇਲਾਕਾ ਉਹਨੂੰ ਦੁਆਬੇ ਦਾ ਇਲਾਕਾ ਕਿਹਾ ਜਾਂਦਾ ਹੈ। ਇਹਦੇ ਵਿੱਚ ਜ਼ਿਲ੍ਹੇ ਆ ਜਾਂਦੇ ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਇਹਨਾਂ ਜ਼ਿਲ੍ਹਿਆਂ ਵਿੱਚ ਹੈ ਜਿਹੜੀ ਇਹ ਦੁਆਬੀ ਉਪਭਾਸ਼ਾ ਬੋਲੀ ਜਾਂਦੀ ਹੈ ਅਤੇ ਇਹ ਇਲਾਕਾ ਦੁਆਬੇ ਦਾ ਇਲਾਕਾ ਅਖਵਾਉਂਦਾ ਹੈ। ਉਸ ਤੋਂ ਬਾਅਦ ਮਾਲਵਾ, ਜਿਹੜਾ ਕਿ ਪੰਜਾਬ ਦਾ ਸਭ ਤੋਂ ਵੱਡਾ ਇਲਾਕਾ ਹੈ। ਇਹ ਦਰਿਆ ਸਤਲੁਜ ਦੇ ਦੱਖਣ ਦਾ ਇਲਾਕਾ ਸਾਰਾ ਮਾਲਵੇ ਦਾ ਇਲਾਕਾ ਕਹਾਉਂਦਾ ਹੈ। ਅਤੇ ਇਹਦੇ ਵਿੱਚ ਜ਼ਿਲ੍ਹੇ ਕਿਹੜੇ ਆ ਜਾਂਦੇ ਆ? ਲੁਧਿਆਣਾ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਸੰਗਰੂਰ ਅਤੇ ਪਟਿਆਲਾ ਦੇ ਕੁਝ ਹਿੱਸੇ ਆਉਂਦੇ ਆ। ਇਸ ਖੇਤਰ ਦੇ ਲੋਕ ਹੈ ਜਿਹੜੇ ਉਹ ਮਲਵਈ ਭਾਸ਼ਾ ਬੋਲਦੇ ਆ। ਇਹ ਮਾਲਵੇ ਦੇ ਖੇਤਰ ਦੇ ਲੋਕ ਕਿਹੜੀ ਭਾਸ਼ਾ ਬੋਲਦੇ ਆ? ਮਲਵਈ ਭਾਸ਼ਾ ਬੋਲਦੇ ਆ ਅਤੇ ਅਸੀਂ ਵੀ ਮਾਲਵੇ ਦੇ ਖੇਤਰ ਦੇ ਵਿੱਚ ਹੀ ਆਉਂਦੇ ਹਾਂ। ਉਸ ਤੋਂ ਬਾਅਦ ਪੁਆਧੀ। ਪੁਆਧੀ ਜ਼ਿਲ੍ਹਾ ਪਟਿਆਲਾ ਦਾ ਕੁਝ ਹਿੱਸਾ, ਪੂਰਬੀ ਭਾਗ ਜ਼ਿਲ੍ਹਾ ਰੋਪੜ, ਤਹਿਸੀਲ ਰਾਜਪੁਰਾ, ਜ਼ਿਲ੍ਹਾ ਲੁਧਿਆਣਾ ਅਤੇ ਸਤਲੁਜ ਦੇ ਨਾਲ ਲੱਗਦੇ ਹਿੱਸੇ ਵਿੱਚ ਹੈ ਜਿਹੜੀ ਪੁਆਧੀ ਬੋਲੀ ਜਾਂਦੀ ਹੈ। ਇਸ ਇਲਾਕੇ ਨੂੰ ਪੁਆਧ ਦਾ ਇਲਾਕਾ ਕਿਹਾ ਜਾਂਦਾ ਹੈ ਅਤੇ ਪੁਆਧ ਦੇ ਲੋਕ ਹੈ ਜਿਹੜੇ ਉਹ ਪੁਆਧੀ ਉਪਭਾਸ਼ਾ ਬੋਲਦੇ ਆ। ਇਸ ਤਰ੍ਹਾਂ ਜਿਹੜੀਆਂ ਉਪਭਾਸ਼ਾਵਾਂ ਨੇ ਉਹ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਬੋਲੀਆਂ ਜਾਂਦੀਆਂ ਨੇ ਅਤੇ ਇਹਨਾਂ ਦੇ ਵਿੱਚ ਥੋੜ੍ਹਾ ਥੋੜ੍ਹਾ ਅੰਤਰ ਆਉਂਦਾ ਜਾਂਦਾ ਇਲਾਕੇ ਦੇ ਹਿਸਾਬ ਨਾਲ। ਕੁਝ ਸ਼ਬਦਾਂ ਦਾ ਜਾਂ ਕੁਝ ਬੋਲਣ ਦੇ ਤਰੀਕੇ ਦਾ ਥੋੜ੍ਹਾ ਥੋੜ੍ਹਾ ਅੰਤਰ ਆਉਂਦਾ ਹੈ, ਪਰ ਅੱਜ ਕੱਲ੍ਹ ਇਹ ਅੰਤਰ ਹੈ ਜਿਹੜਾ ਉਹ ਘਟਦਾ ਜਾ ਰਿਹਾ ਹੈ, ਕਿਉਂਕਿ ਲੋਕ ਹੈ ਜਿਹੜੇ ਸਾਡੇ ਆਪਸੀ ਸੰਚਾਰ ਦੇ ਸਾਧਨ ਵਧਣ ਕਰਕੇ ਉਹਨਾਂ ਦੀ ਆਪਸੀ ਮੇਲ ਜੋਲ ਵੱਧ ਗਈ ਹੈ। ਇਸ ਕਰਕੇ ਭਾਸ਼ਾ ਦਾ ਜਿਹੜਾ ਅੰਤਰ ਹੈ ਉਹ ਦਿਨੋਂ ਦਿਨ ਘਟਦਾ ਜਾ ਰਿਹਾ ਹੈ। ਤਾਂ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਟਕਸਾਲੀ ਭਾਸ਼ਾ ਕੀ ਹੁੰਦੀ ਹੈ। ਜਿਹੜੀ ਮੈਂ ਕਿਹਾ ਕਿ ਮਾਝੀ ਭਾਸ਼ਾ ਜਿਹੜੀ ਹੈ ਟਕਸਾਲੀ ਭਾਸ਼ਾ ਦੇ ਸਭ ਤੋਂ ਨੇੜੇ ਹੈ। ਟਕਸਾਲੀ ਭਾਸ਼ਾ ਕਿਹੜੀ? ਕਿ ਜਿਹੜੀ ਸਾਂਝੀ ਮਿਆਰੀ ਭਾਸ਼ਾ ਹੈ। ਵੱਖ-ਵੱਖ ਇਲਾਕਿਆਂ ਦੇ ਵਿੱਚ ਪੰਜਾਬੀ ਵੱਖੋ ਵੱਖਰੀ ਬੋਲੀ ਜਾਂਦੀ ਹੈ, ਪਰ ਇੱਕ ਟਕਸਾਲੀ ਰੂਪ ਹੈ, ਉਹਦਾ ਸ਼ੁੱਧ ਰੂਪ ਹੈ ਜਿਹੜਾ ਕਿ ਕਿਤਾਬਾਂ ਦੇ ਵਿੱਚ ਅਸੀਂ ਪੜ੍ਹਦੇ ਹਾਂ, ਸਾਹਿਤ ਦੇ ਵਿੱਚ ਅਸੀਂ ਪੜ੍ਹਦੇ ਹਾਂ, ਉਹਦਾ ਟਕਸਾਲੀ ਰੂਪ ਹੈ। ਤਾਂ ਜੋ ਵੀ ਸਾਡੀ ਭਾਸ਼ਾ ਸਿੱਖਿਆ ਸਾਨੂੰ ਉਹ ਟਕਸਾਲੀ ਭਾਸ਼ਾ ਦੇ ਵਿੱਚ ਦਿੱਤੀ ਜਾਂਦੀ ਹੈ। ਪਰ ਸਾਡੇ ਸਕੂਲ ਦੇ ਵਿੱਚ ਅਸੀਂ ਟਕਸਾਲੀ ਭਾਸ਼ਾ ਦੇ ਵਿੱਚ ਹੀ ਸਿੱਖਦੇ ਹਾਂ। ਤਾਂ ਉਹ ਸਾਡੀ ਕੀ ਹੈ? ਸ਼ੁੱਧ ਭਾਸ਼ਾ। ਟਕਸਾਲੀ ਭਾਸ਼ਾ ਨੂੰ ਮਿਆਰੀ, ਸ਼ੁੱਧ ਜਾਂ ਟਕਸਾਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹਦੇ ਵਿੱਚ ਆਪਣੇ ਨਿਯਮ ਹੁੰਦੇ ਹਨ, ਇਹਦੀ ਆਪਣੀ ਸ਼ਬਦਾਵਲੀ ਹੁੰਦੀ ਹੈ। ਤਾਂ ਸਭ ਤੋਂ ਨੇੜੇ ਉਪਬੋਲੀਆਂ ਦੇ ਵਿੱਚੋਂ ਮਾਝੀ ਬੋਲੀ ਸਭ ਤੋਂ ਨੇੜੇ ਹੈ। ਇਸ ਦਾ ਵਿਆਕਰਨ ਸਭ ਤੋਂ ਮਤਲਬ ਨਾਲ ਮਿਲਦਾ ਜੁਲਦਾ ਸਾਡੀ ਟਕਸਾਲੀ ਭਾਸ਼ਾ ਦੇ। ਪਰ ਅੱਜ ਕੱਲ੍ਹ ਹੈ ਜਿਹੜਾ ਉਪਭਾਸ਼ਾਵਾਂ ਸਾਰੀਆਂ ਟਕਸਾਲੀ ਭਾਸ਼ਾ ਦਾ ਜਿਹੜਾ ਮਤਲਬ ਬੋਲਬਾਲਾ ਉਹ ਜ਼ਿਆਦਾ ਹੁੰਦਾ ਜਾ ਰਿਹਾ ਹੈ, ਕਿਉਂਕਿ ਲੋਕ ਆਮ ਤੌਰ 'ਤੇ ਜ਼ਿਆਦਾ ਸ਼ੁੱਧ ਭਾਸ਼ਾ ਦੇ ਵਿੱਚ ਉਹਨਾਂ ਦਾ ਆਪਸ ਵਿੱਚ ਗੱਲਬਾਤ ਹੁੰਦੀ ਹੈ। ਉਹ ਸਾਰਾ ਕੁਛ ਹੁਣ ਥੋੜ੍ਹਾ ਜਿਹਾ ਇਹਦੇ ਵਿੱਚ ਬਦਲਾਅ ਆਇਆ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਮਾਂ ਬੋਲੀ ਦੀ। ਮਾਂ ਬੋਲੀ ਕੀ ਹੁੰਦੀ ਹੈ ਬੇਟਾ? ਜਿਹੜੀ ਜਨਮ ਤੋਂ ਬਾਅਦ ਬੱਚਾ ਆਪਣੀ ਮਾਂ ਕੋਲੋਂ ਸਿੱਖਦਾ ਹੈ ਜਾਂ ਆਪਣੇ ਪਰਿਵਾਰ ਦੇ ਮੈਂਬਰਾਂ ਕੋਲੋਂ ਸਭ ਤੋਂ ਪਹਿਲਾਂ ਜਿਹੜੀ ਬੋਲੀ ਸਿੱਖਦਾ ਹੈ ਉਹ ਉਹਦੀ ਮਾਂ ਬੋਲੀ ਹੁੰਦੀ ਹੈ। ਜਿਹੜਾ ਬੱਚਾ ਜਿਹਦੇ ਘਰ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਉਹ ਬੱਚਾ ਪੰਜਾਬੀ ਪਹਿਲਾਂ ਸਿੱਖੇਗਾ। ਜਿੱਥੇ ਹਿੰਦੀ ਬੋਲੀ ਜਾਂਦੀ ਹੈ ਉਹ ਬੱਚਾ ਹਿੰਦੀ ਪਹਿਲਾਂ ਸਿੱਖੇਗਾ। ਤਾਂ ਜੋ ਵੀ ਬੋਲੀ ਬੱਚਾ ਆਪਣੇ ਜਨਮ ਤੋਂ ਬਾਅਦ ਆਪਣੇ ਮਾਂ ਕੋਲੋਂ ਅਤੇ ਪਰਿਵਾਰ ਕੋਲੋਂ ਸਿੱਖਦਾ ਹੈ ਉਹ ਉਹਦੀ ਮਾਂ ਬੋਲੀ ਕਹਾਉਂਦੀ ਹੈ। ਉਸ ਤੋਂ ਬਾਅਦ ਰਾਜ ਭਾਸ਼ਾ ਬੇਟਾ। ਰਾਜ ਭਾਸ਼ਾ ਕਿਹੜੀ ਹੁੰਦੀ ਹੈ? ਉਸ ਪ੍ਰਾਂਤ ਦੀ ਭਾਸ਼ਾ, ਉਸ ਰਾਜ ਦੀ ਭਾਸ਼ਾ, ਉਹਦੇ ਵਿੱਚ ਉਹਨੂੰ ਮਾਨਤਾ ਪ੍ਰਾਪਤ ਹੁੰਦੀ ਹੈ ਅਤੇ ਉੱਥੋਂ ਦਾ ਦਫ਼ਤਰੀ ਕੰਮਕਾਜ ਹੈ ਜਿਹੜਾ ਉਹ ਉਸੇ ਭਾਸ਼ਾ ਦੇ ਵਿੱਚ ਕੀਤਾ ਜਾਂਦਾ ਹੈ। ਜਿਵੇਂ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਹੈ, ਰਾਜਸਥਾਨ ਦੀ ਰਾਜ ਭਾਸ਼ਾ ਰਾਜਸਥਾਨੀ ਹੈ। ਇਸੇ ਤਰ੍ਹਾਂ ਸਾਡੇ ਸੰਵਿਧਾਨ ਦੇ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ। ਸਾਡੇ ਭਾਰਤ ਦੇਸ਼ ਦੇ ਵਿੱਚ 22 ਵੱਖੋ ਵੱਖਰੀਆਂ ਭਾਸ਼ਾਵਾਂ ਜਿਹੜੀਆਂ ਉਹ ਬੋਲੀਆਂ ਜਾਂਦੀਆਂ ਨੇ, ਜਿਵੇਂ ਪੰਜਾਬੀ, ਹਿੰਦੀ, ਸੰਸਕ੍ਰਿਤ, ਉਰਦੂ, ਮਲਿਆਲਮ, ਕੰਨੜ, ਤੇਲਗੂ, ਤਾਮਿਲ, ਕਸ਼ਮੀਰੀ, ਅਸਾਮੀ, ਉੜੀਆ, ਬੰਗਾਲੀ, ਮਰਾਠੀ, ਗੁਜਰਾਤੀ, ਕੋਂਕਣੀ, ਮਣੀਪੁਰੀ, ਸਿੰਧੀ, ਨੇਪਾਲੀ, ਡੋਗਰੀ, ਬੋਡੋ, ਮੈਥਲੀ ਅਤੇ ਸੰਥਲੀ। ਇਹ ਵੱਖ-ਵੱਖ ਭਾਸ਼ਾਵਾਂ ਦੇ ਨਾਮ ਹੈ ਜਿਹੜੀਆਂ ਵੱਖ-ਵੱਖ ਇਲਾਕਿਆਂ ਦੇ ਵਿੱਚ ਬੋਲੀਆਂ ਜਾਂਦੀਆਂ। ਅਤੇ ਸਾਡੀ ਰਾਸ਼ਟਰੀ ਭਾਸ਼ਾ ਕੀ ਹੈ? ਜਿਹੜੀ ਸਾਡੇ ਭਾਰਤ ਦੇ ਵਾਸੀਆਂ ਦੀ ਸਾਂਝੀ ਭਾਸ਼ਾ ਉਹ ਹਿੰਦੀ ਹੈ। ਤਾਂ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਅੰਤਰਰਾਸ਼ਟਰੀ ਭਾਸ਼ਾ। ਅੰਤਰਰਾਸ਼ਟਰੀ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਪੁੱਤ ਜਿਹੜੀ ਵੱਖ-ਵੱਖ ਦੇਸ਼ਾਂ ਦੇ ਵੱਧ ਤੋਂ ਵੱਧ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਵੱਧ ਤੋਂ ਵੱਧ ਲੋਕਾਂ ਦੁਆਰਾ ਸਮਝੀ ਜਾਂਦੀ ਹੈ। ਉਹਨੂੰ ਕੀ ਕਹਿੰਦੇ ਆ? ਅੰਤਰਰਾਸ਼ਟਰੀ ਭਾਸ਼ਾ। ਜਿਹਨੂੰ ਵੱਖ-ਵੱਖ ਦੇਸ਼ਾਂ ਦੇ ਵੱਧ ਤੋਂ ਵੱਧ ਲੋਕ ਸਮਝਦੇ ਅਤੇ ਬੋਲਦੇ ਹੋਣ। ਤਾਂ ਇਸ ਸਮੇਂ ਉਹ ਭਾਸ਼ਾ ਕਿਹੜੀ ਹੈ? ਅੰਗਰੇਜ਼ੀ। ਕਿਉਂਕਿ ਜ਼ਿਆਦਾਤਰ ਲੋਕ ਆਪਸੀ ਗੱਲਬਾਤ ਲਈ ਜੇ ਅਸੀਂ ਆਪਣੇ ਮੁਲਕ ਤੋਂ ਬਾਹਰ ਚਲੇ ਜਾਈਏ
ਤਾਂ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਹੁੰਦੀ ਹੈ, ਇਸ ਕਰਕੇ ਅੰਗਰੇਜ਼ੀ ਸਾਡੀ ਅੰਤਰਰਾਸ਼ਟਰੀ ਭਾਸ਼ਾ ਹੈ। ਉਸ ਤੋਂ ਬਾਅਦ ਬੇਟਾ ਵਿਆਕਰਨ ਆ ਗਿਆ ਜੀ। ਵਿਆਕਰਨ ਕੀ ਹੈ ਕਿ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਪੜ੍ਹਨ ਅਤੇ ਲਿਖਣ ਲਈ ਜੋ ਵੀ ਨਿਯਮ ਬਣਾਏ ਜਾਂਦੇ ਆ, ਉਹਨਾਂ ਸਾਰੇ ਨਿਯਮਾਂ ਨੂੰ ਅਸੀਂ ਕੀ ਕਹਿੰਦੇ ਹਾਂ? ਵਿਆਕਰਨ ਕਹਿ ਦਿੰਦੇ ਹਾਂ। ਹਰ ਚੀਜ਼ ਲਈ ਕੋਈ ਨਾ ਕੋਈ ਨਿਯਮ ਜ਼ਰੂਰ ਹੁੰਦਾ ਹੈ। ਨਿਯਮ ਤੋਂ ਬਿਨਾਂ ਕੋਈ ਚੀਜ਼ ਸਫਲਤਾਪੂਰਵਕ ਨਹੀਂ ਕੀਤੀ ਜਾ ਸਕਦੀ। ਜਿਵੇਂ ਅਸੀਂ ਸਕੂਲ ਆਉਂਦੇ ਹਾਂ, ਉੱਥੋਂ ਦੇ ਵੀ ਕੁਝ ਨਿਯਮ ਹੁੰਦੇ ਆ। ਇਸੇ ਤਰ੍ਹਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਬੋਲਣ, ਲਿਖਣ ਅਤੇ ਪੜ੍ਹਨ ਲਈ ਜਿਹੜੇ ਨਿਯਮ ਬਣਾਏ ਗਏ ਹੈ, ਉਹਨਾਂ ਸਾਰੇ ਨਿਯਮਾਂ ਨੂੰ ਜਿਹੜਾ ਵਿਆਕਰਨ ਕਿਹਾ ਜਾਂਦਾ ਹੈ। ਸਕੂਲ ਪੱਧਰ 'ਤੇ ਵਿਆਕਰਨ ਦੀ ਸਭ ਤੋਂ ਵੱਧ ਮਹੱਤਤਾ ਹੈ, ਕਿਉਂਕਿ ਭਾਸ਼ਾ ਨੂੰ ਸਿੱਖਣ ਲਈ ਸਾਨੂੰ ਵਿਆਕਰਨ ਦੀ ਲੋੜ ਪੈਂਦੀ ਹੈ। ਅਤੇ ਵਿਆਕਰਨ ਦੇ ਅੰਗ ਕਿਹੜੇ ਕਿਹੜੇ ਹੈ? ਅੱਖਰ ਬੋਧ ਜਾਂ ਵਰਨ ਬੋਧ, ਜਿਹਦੇ ਵਿੱਚ ਸਾਨੂੰ ਅੱਖਰਾਂ, ਠੀਕ ਹੈ ਨਾ, ਵਰਨਾਂ ਜਾਣੀ ਕਿ ਅੱਖਰਾਂ, ਲਗਾ ਮਾਤਰਾਵਾਂ ਅਤੇ ਲਗਾ ਅੱਖਰਾਂ ਬਾਰੇ ਜਾਣਕਾਰੀ ਮਿਲਦੀ ਹੈ। ਉਹ ਕੀ ਹੁੰਦਾ? ਅੱਖਰ ਬੋਧ। ਇਹਨਾਂ ਦੀ ਵਰਤੋਂ ਬਾਰੇ ਦੱਸਿਆ ਜਾਂਦਾ ਹੈ, ਕਿੰਨੇ ਲਗਾ ਅੱਖਰ ਹੁੰਦੇ ਹਨ, ਕਿੰਨੀਆਂ ਲਗਾ ਹੁੰਦੀਆਂ ਹਨ, ਉਹ ਸਾਰਾ ਕੁਛ ਸਾਨੂੰ ਅੱਖਰ ਬੋਧ ਦੇ ਵਿੱਚ ਸਿਖਾਇਆ ਜਾਂਦਾ ਹੈ। ਉਸ ਤੋਂ ਬਾਅਦ ਹੈ ਜੀ ਸ਼ਬਦ ਬੋਧ। ਸ਼ਬਦ ਬੋਧ ਦੇ ਇਸ ਭਾਗ ਦੇ ਵਿੱਚ ਸਾਨੂੰ ਸ਼ਬਦਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਸ਼ਬਦ ਰਚਨਾ ਕਿਸ ਤਰ੍ਹਾਂ ਹੁੰਦੀ ਹੈ, ਸ਼ਬਦਾਂ ਦੀ ਵੰਡ ਕਿਸ ਤਰ੍ਹਾਂ ਹੁੰਦੀ ਹੈ, ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਹਨ। ਇਹ ਸਭ ਕੁਝ ਅਸੀਂ ਸ਼ਬਦ ਬੋਧ ਵਿੱਚ ਸਿੱਖਦੇ ਹਾਂ। ਉਸ ਤੋਂ ਬਾਅਦ ਵਾਕ ਬੋਧ। ਵਾਕ ਬੋਧ ਰਾਹੀਂ ਅਸੀਂ ਵਾਕਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਵਾਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ, ਵਾਕਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਜਾਂ ਵਾਕਾਂ ਦੇ ਵਿੱਚ ਕਿੱਥੇ ਵਿਸ਼ਰਾਮ ਚਿੰਨ੍ਹ ਲਾਉਣਾ, ਉਹ ਸਾਰਾ ਸਾਨੂੰ ਵਾਕ ਬੋਧ ਰਾਹੀਂ ਦੱਸਿਆ ਜਾਂਦਾ ਹੈ। ਇਹ ਵਿਆਕਰਨ ਦੇ ਅੰਗ ਹੈ ਬੇਟਾ ਵੱਖੋ ਵੱਖਰੇ। ਉਸ ਤੋਂ ਬਾਅਦ ਅਰਥ ਬੋਧ। ਅਰਥ ਬੋਧ ਦੇ ਵਿੱਚ ਅਸੀਂ ਸ਼ਬਦਾਂ ਦੀ ਅਰਥ ਦੇ ਪੱਖ ਤੋਂ ਵਿਆਖਿਆ ਜਿਹੜੀ ਉਹ ਕਰਨੀ ਸਿੱਖਦੇ ਹਾਂ ਕਿ ਕਿਹੜੇ ਸ਼ਬਦ ਦਾ ਕੀ ਅਰਥ ਹੈ, ਜਿਹਦੇ ਵਿੱਚ ਅਸੀਂ ਸਮਾਨਾਰਥਕ ਸ਼ਬਦ ਵੀ ਸਿੱਖਦੇ ਹਾਂ, ਬਹੁਆਰਥਕ ਸ਼ਬਦ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ, ਸਮਾਨਾਰਥਕ ਸ਼ਬਦ, ਇਹ ਸਭ ਕੁਝ ਅਸੀਂ ਅਰਥ ਬੋਧ ਵਾਲੇ ਭਾਗ ਦੇ ਵਿੱਚ ਸਿੱਖਦੇ ਹਾਂ। ਇਸ ਤਰ੍ਹਾਂ ਵਿਆਕਰਨ ਕੀ ਹੈ ਬੇਟਾ? ਸਾਡੀ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ, ਬੋਲਣ ਅਤੇ ਪੜ੍ਹਨ ਲਈ ਬਣਾਏ ਗਏ ਨਿਯਮਾਂ ਦਾ ਸਮੂਹ ਹੈ। ਅਤੇ ਵਿਆਕਰਨ ਦੇ ਅੰਗ ਕਿਹੜੇ ਕਿਹੜੇ ਨੇ? ਇਹ ਅੱਖਰ ਬੋਧ, ਸ਼ਬਦ ਬੋਧ, ਵਾਕ ਬੋਧ ਅਤੇ ਅਰਥ ਬੋਧ, ਜਿਹਦੇ ਵਿੱਚ ਅਸੀਂ ਭਾਸ਼ਾ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਉਸ ਤੋਂ ਬਾਅਦ ਪਾਠ ਦੇ ਪ੍ਰਸ਼ਨ ਉੱਤਰ ਹੈ ਬੇਟਾ। ਪਹਿਲੇ ਪ੍ਰਸ਼ਨ ਦਾ ਊੜਾ ਹੈ ਜੀ, ਵਿਚਾਰ ਪ੍ਰਗਟ ਕਰਨ ਦਾ ਸਾਧਨ ਕਿਹੜਾ ਹੈ? ਉੱਤਰ ਆਏਗਾ ਭਾਸ਼ਾ ਜਾਂ ਬੋਲੀ। ਆੜਾ ਹੈ, ਅੱਜ ਦੇ ਪੰਜਾਬ ਦੀਆਂ ਉਪ ਭਾਸ਼ਾਵਾਂ ਕਿੰਨੀਆਂ ਹਨ? ਉੱਤਰ ਆਏਗਾ ਜੀ 4। ਈੜੀ ਹੈ, ਜਲੰਧਰ ਜ਼ਿਲ੍ਹੇ ਵਿੱਚ ਕਿਹੜੀ ਉਪ ਭਾਸ਼ਾ ਬੋਲੀ ਜਾਂਦੀ ਹੈ? ਉੱਤਰ ਆਏਗਾ ਜੀ ਦੁਆਬੀ। ਅਗਲਾ ਹੈ ਜੀ, ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ? ਉੱਤਰ ਆਏਗਾ ਪੰਜਾਬੀ। ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ? ਉੱਤਰ ਆਏਗਾ ਜੀ 22। ਅਗਲਾ ਪ੍ਰਸ਼ਨ ਹੈ ਜੀ, ਖਾਲੀ ਥਾਵਾਂ ਭਰੋ। ਲਿਖਤੀ ਬੋਲੀ ਰਾਹੀਂ ਡੈਸ਼ ਦੀ ਰਚਨਾ ਕੀਤੀ ਜਾਂਦੀ ਹੈ? ਉੱਤਰ ਆਏਗਾ ਜੀ ਸਾਹਿਤ। ਅੰਗਰੇਜ਼ੀ ਨੂੰ ਡੈਸ਼ ਭਾਸ਼ਾ ਮੰਨਿਆ ਗਿਆ ਹੈ? ਉੱਤਰ ਆਏਗਾ ਜੀ ਅੰਤਰਰਾਸ਼ਟਰੀ। ਅਗਲਾ ਹੈ ਜੀ, ਪੰਜਾਬ ਦੀ ਰਾਜ ਭਾਸ਼ਾ ਡੈਸ਼ ਹੈ? ਉੱਤਰ ਆਏਗਾ ਪੰਜਾਬੀ। ਮੂੰਹ ਵਿੱਚੋਂ ਨਿਕਲੀਆਂ ਆਵਾਜ਼ਾਂ ਨੂੰ ਵਿਆਕਰਨ ਵਿੱਚ ਡੈਸ਼ ਕਿਹਾ ਜਾਂਦਾ ਹੈ? ਉੱਤਰ ਆਏਗਾ ਜੀ ਧੁਨੀ। ਧੁਨੀਆਂ ਦੇ ਸੁਮੇਲ ਤੋਂ ਡੈਸ਼ ਬਣਦਾ ਹੈ? ਉੱਤਰ ਆਏਗਾ ਜੀ ਸ਼ਬਦ। ਧੁਨੀਆਂ ਨੂੰ ਮਿਲਾ ਕੇ ਕੀ ਬਣਦਾ? ਸ਼ਬਦ ਬਣਦਾ ਹੈ। ਉਸ ਤੋਂ ਬਾਅਦ ਸਹੀ ਗਲਤ ਹੈ ਬੇਟਾ। ਊੜਾ ਹੈ ਜੀ, ਬੋਲੀ ਦੋ ਕਿਸਮਾਂ ਦੀ ਹੁੰਦੀ ਹੈ? ਸਹੀ ਹੈ। ਬੋਲਚਾਲ ਦੀ ਬੋਲੀ ਲਿਖਣ ਵੇਲੇ ਪ੍ਰਯੋਗ ਹੁੰਦੀ ਹੈ? ਗਲਤ ਹੈ ਜੀ। ਪੰਜਾਬ ਦੀ ਕੋਈ ਉਪਭਾਸ਼ਾ ਨਹੀਂ ਹੈ? ਗਲਤ ਹੈ ਜੀ। ਵਿਆਕਰਨ ਵਿੱਚ ਭਾਸ਼ਾ ਦੇ ਨਿਯਮਾਂ ਦਾ ਅਧਿਐਨ ਕੀਤਾ ਜਾਂਦਾ ਹੈ? ਬਿਲਕੁਲ ਸਹੀ ਹੈ ਜੀ। ਅਗਲੇ ਭਾਸ਼ਾ ਦਾ ਰੂਪ ਦੱਸਣਾ ਚੌਥੇ ਪ੍ਰਸ਼ਨ ਦੇ ਵਿੱਚ ਕਿ ਇੱਥੇ ਕਿਹੜੀ ਭਾਸ਼ਾ ਵਰਤੀ ਗਈ ਹੈ? ਲਿਖਤੀ ਜਾਂ ਮੌਖਿਕ। ਅਧਿਆਪਕਾ ਬਲੈਕ ਬੋਰਡ 'ਤੇ ਪ੍ਰਸ਼ਨ ਲਿਖ ਰਹੀ ਹੈ। ਲਿਖਤੀ ਭਾਸ਼ਾ ਜੀ। ਪਿਤਾ ਜੀ ਕਿਤਾਬ ਪੜ੍ਹ ਰਹੇ ਹਨ? ਲਿਖਤੀ ਭਾਸ਼ਾ। ਮਾਂ ਮੋਬਾਈਲ ਫੋਨ 'ਤੇ ਨਾਨੀ ਜੀ ਨਾਲ ਗੱਲਾਂ ਕਰ ਰਹੀ ਹੈ? ਮੌਖਿਕ ਭਾਸ਼ਾ, ਬੋਲਚਾਲ ਦੀ ਬੋਲੀ ਜਾਣੀ ਕਿ। ਰਮੇਸ਼ ਆਪਣੇ ਦੋਸਤ ਨੂੰ ਫੋਨ 'ਤੇ SMS ਕਰ ਰਿਹਾ ਹੈ? ਲਿਖਤੀ ਭਾਸ਼ਾ। ਇਸ ਤਰ੍ਹਾਂ ਨਾਲ ਤੁਸੀਂ ਇਹਨਾਂ ਦਾ ਭਾਸ਼ਾ ਪਛਾਣ ਕੇ ਲਿਖ ਦੇਣੀ ਹੈ। ਉਸ ਤੋਂ ਬਾਅਦ ਬੇਟਾ ਪ੍ਰਸ਼ਨ ਉੱਤਰ, ਬੋਲੀ ਜਾਂ ਭਾਸ਼ਾ ਕੀ ਹੁੰਦੀ ਹੈ? ਇਸ ਦਾ ਉੱਤਰ ਤੁਹਾਨੂੰ ਬਿਲਕੁਲ ਸਟਾਰਟਿੰਗ 'ਤੇ ਮਿਲ ਜਾਏਗਾ, ਪੇਜ ਨੰਬਰ 5 'ਤੇ। ਭਾਸ਼ਾ ਜਾਂ ਬੋਲੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰ ਅਤੇ ਮਨੋਭਾਵਾਂ ਨੂੰ ਦੂਜੇ ਮਨੁੱਖਾਂ ਨਾਲ ਸਾਂਝਾ ਕਰਦਾ ਹੈ। ਰੈੱਡ ਕਲਰ ਦੀ ਲਾਈਨ ਦੇ ਵਿੱਚ ਇਹ ਲਿਖਿਆ ਗਿਆ, ਤੁਸੀਂ ਦੇਖ ਲੈਣਾ। ਅਗਲਾ ਪ੍ਰਸ਼ਨ ਹੈ ਜੀ ਸਾਡਾ, ਪੰਜਾਬ ਦੀਆਂ ਉਪ ਭਾਸ਼ਾਵਾਂ ਦੇ ਨਾਮ। ਇਹ ਦੇਖੋ ਬੇਟਾ, 4 ਉਪ ਭਾਸ਼ਾਵਾਂ ਦੇ ਨਾਮ ਤੁਹਾਨੂੰ ਦੱਸੇ ਗਏ ਹੈ। ਇੱਕ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਤੁਸੀਂ, ਮਾਝੀ, ਦੁਆਬੀ, ਮਲਵਈ ਅਤੇ ਪੁਆਧੀ। ਇਹ ਪੰਜਾਬ ਦੀਆਂ ਉਪ ਭਾਸ਼ਾਵਾਂ ਦੇ ਨਾਮ ਤੁਸੀਂ ਲਿਖ ਲੈਣੇ ਆ। ਉਸ ਤੋਂ ਬਾਅਦ ਅੰਤਰਰਾਸ਼ਟਰੀ ਭਾਸ਼ਾ ਤੋਂ ਕੀ ਭਾਵ ਹੈ? ਇਹ ਬੇਟਾ ਪੇਜ ਨੰਬਰ 7 ਦੇ ਉੱਤੇ ਅੰਤਰਰਾਸ਼ਟਰੀ ਭਾਸ਼ਾ ਬਿਲਕੁਲ ਹੇਠਾਂ ਦਿੱਤਾ ਗਿਆ ਹੈ। ਉਹ ਭਾਸ਼ਾ ਜਿਹੜੀ ਕਿਸੇ ਦੇਸ਼ ਦੇ ਲੋਕਾਂ ਨੂੰ ਦੂਜੇ ਦੇਸ਼ ਦੇ ਲੋਕਾਂ ਨਾਲ ਜੋੜਨ ਦਾ ਕੰਮ ਕਰੇ, ਉਸਨੂੰ ਅੰਤਰਰਾਸ਼ਟਰੀ ਭਾਸ਼ਾ ਕਿਹਾ ਜਾਂਦਾ ਹੈ।
ਸੰਸਾਰ ਦੇ ਜ਼ਿਆਦਾਤਰ ਦੇਸ਼ ਇਸੇ ਭਾਸ਼ਾ ਵਿੱਚ ਕੰਮਕਾਜ ਕਰਦੇ ਹਨ। ਅੰਗਰੇਜ਼ੀ ਭਾਸ਼ਾ ਨੂੰ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਗਿਆ ਹੈ। ਇਹਦਾ ਉੱਤਰ ਹੈ। ਇਹ ਪ੍ਰਸ਼ਨਾਂ ਦੇ ਉੱਤਰ ਤੁਸੀਂ ਆਪਣੀ ਨੋਟਬੁੱਕ ਦੇ ਵਿੱਚ ਕਰ ਲੈਣੇ ਹਨ। ਵਿਆਕਰਨ ਦੀ ਪਰਿਭਾਸ਼ਾ। ਵਿਆਕਰਨ ਦੀ ਪਰਿਭਾਸ਼ਾ ਕੀ ਹੈ ਬੇਟਾ? ਯੈਲੋ ਕਲਰ ਦੇ ਬਾਕਸ ਦੇ ਵਿੱਚ 8 ਨੰਬਰ ਪੇਜ 'ਤੇ ਦਿੱਤਾ ਗਿਆ। ਕਿਸੇ ਬੋਲੀ ਨੂੰ ਪੜ੍ਹਨ ਲਿਖਣ ਲਈ ਬਣਾਏ ਗਏ ਨਿਯਮਾਂ ਦੇ ਇਕੱਠ ਨੂੰ ਵਿਆਕਰਨ ਆਖਿਆ ਜਾਂਦਾ ਹੈ। ਇਹ ਉੱਤਰ ਲਿਖ ਲੈਣਾ। ਉਸ ਤੋਂ ਬਾਅਦ ਅਗਲਾ ਹਾਹਾ ਪ੍ਰਸ਼ਨ ਹੈ ਜੀ, ਵਿਆਕਰਨ ਦੇ ਅੰਗਾਂ ਦੇ ਨਾਮ ਲਿਖੋ। ਵਿਆਕਰਨ ਦੇ ਅੰਗ ਬੇਟਾ ਇੱਕ ਇਹ ਫਲੋ ਚਾਰਟ ਬਣਾ ਕੇ ਤੁਹਾਨੂੰ ਦਿਖਾਏ ਗਏ ਹਨ 8 ਨੰਬਰ ਪੇਜ 'ਤੇ। ਅੱਖਰ ਬੋਧ ਜਾਂ ਵਰਨ ਬੋਧ ਕਹਿ ਸਕਦੇ ਹੋ, ਸ਼ਬਦ ਬੋਧ, ਵਾਕ ਬੋਧ ਅਤੇ ਅਰਥ ਬੋਧ, ਇਹ ਵਿਆਕਰਨ ਦੇ ਅੰਗ ਹਨ। ਇਸ ਤਰ੍ਹਾਂ ਨਾਲ ਇਹਨਾਂ ਪ੍ਰਸ਼ਨਾਂ ਦੇ ਉੱਤਰ ਤੁਸੀਂ ਆਪਣੀ ਨੋਟਬੁੱਕ ਵਿੱਚ ਹੱਲ ਕਰ ਲੈਣੇ ਹਨ। ਧੰਨਵਾਦ।